Good afternoon, student. Class ninth, chapter number 2, History, video number 2, French Revolution. ਅਸੀਂ ਕਰ ਚੁੱਕੇ ਹਾਂ ਤੇ ਹੁਣ ਅਸੀਂ ਜਿਹੜਾ ਸਾਡਾ ਸੈਕੰਡ ਚੈਪਟਰ ਆ ਰਸ਼ੀਅਨ ਰੈਵੋਲੂਸ਼ਨ ਉਹਦਾ ਜਿਹੜਾ ਹੈਗਾ ਪਾਰਟ 1 ਅਸੀਂ ਵੀਡੀਓ ਕੰਪਲੀਟ ਕਰ ਚੁੱਕੇ ਹਾਂ ਤੇ ਵੀਡੀਓ ਨੰਬਰ ਸੈਕੰਡ ਅਸੀਂ ਕੰਟੀਨਿਊ ਕਰਦੇ ਹਾਂ ਕਲਾਸ 9th। ਵੀਡੀਓ ਨੰਬਰ ਸੈਕੰਡ ਚੈਪਟਰ ਨੰਬਰ ਸੈਕੰਡ ਰਸ਼ੀਅਨ ਰੈਵੋਲੂਸ਼ਨ ਤੇ ਅਸੀਂ ਸਟਾਰਟ ਕਰਦੇ ਹਾਂ। ਤੁਹਾਡੇ ਸਾਹਮਣੇ ਇੱਕ ਪਿਕਚਰ ਆ, ਤੁਸੀਂ ਦੇਖ ਸਕਦੇ ਹੋ ਕਿ ਇੱਕ ਫੈਕਟਰੀ ਦੀ ਪਿਕਚਰ ਆ ਜਿੱਥੇ ਸਾਰੇ ਲੋਕ ਇਕੱਠੇ ਕੰਮ ਕਰ ਰਹੇ ਆ, ਬੱਚੇ ਵੀ ਆ, ਔਰਤਾਂ ਵੀ ਆ, ਸਾਰੇ ਇੱਕ ਬਹੁਤ ਹੀ ਜਿਹੜੀ ਹੈਗੀ ਆ ਬਿਜ਼ੀ ਪਲੇਸ ਕਹਿ ਸਕਦੇ ਹਾਂ। The London poor in the mid 19th century as seen by contemporary। ਤੁਸੀਂ ਲੰਡਨ ਦੀ ਇੱਕ ਪਿਕਚਰ ਦੇਖ ਸਕਦੇ ਹੋ ਕਿ ਫੈਕਟਰੀਆਂ ਵਿੱਚ ਕਿੱਦਾਂ ਜਿਹੜਾ ਹੈਗਾ ਮੈਨ ਐਂਡ ਵੂਮਨ ਇਕੱਠੇ ਕੰਮ ਕਰਦੇ ਸੀ ਇੱਕ ਜਗ੍ਹਾ 'ਤੇ, ਬਹੁਤ ਹੀ ਘੱਟ ਸਪੇਸ ਦੇ ਉੱਪਰ ਰਹਿੰਦੇ ਸੀਗੇ। ਹੁਣ ਅਸੀਂ ਪੜ੍ਹਦੇ ਹਾਂ ਆਲਮੋਸਟ ਆਲ ਇੰਡਸਟਰੀਜ਼ ਵਰ ਪ੍ਰੋਪਰਟੀ ਆਫ ਇੰਡੀਵਿਜੂਅਲਸ। ਅਤੇ ਆਲਮੋਸਟ ਕੀ ਸੀਗਾ, ਸਾਰੀਆਂ ਜਿਹੜੀਆਂ ਇੰਡਸਟਰੀਜ਼ ਸੀਗੀਆਂ ਉਹ ਪ੍ਰੋਪਰਟੀ ਸੀਗੀਆਂ ਕਿਸੇ ਇੱਕ ਦੀ। ਇੰਡੀਵਿਜੂਅਲਸ ਮਤਲਬ ਪਰਸਨਲੀ ਕਿਸੇ ਦੀਆਂ ਪ੍ਰੋਪਰਟੀ ਸੀਗੀਆਂ, ਸਰਕਾਰੀ ਨਹੀਂ ਸੀ। ਲਿਬਰਲ ਐਂਡ ਰੈਡੀਕਲ ਦੈਮਸੈਲਵਸ ਵਰ ਆਫਟਨ ਪ੍ਰੋਪਰਟੀ ਓਨਰਸ ਐਂਡ ਇੰਪਲਾਇਰਸ। ਲਿਬਰਲ ਅਤੇ ਰੈਡੀਕਲ ਜਿਹੜੇ ਸੀਗੇ, ਜਿਨ੍ਹਾਂ ਦੀ ਸੋਚ ਰੈਡੀਕਲ ਸੀ ਜਾਂ ਲਿਬਰਲ ਸੀਗੇ, ਦੈਮਸੈਲਵ ਖੁਦ ਵੀ ਇੱਕ ਕੀ ਸੀਗੇ, ਪ੍ਰੋਪਰਟੀ ਓਨਰ ਸੀਗੇ। ਅਤੇ ਜਾਂ ਸੀ ਇੰਪਲਾਇਰ ਹੁੰਦੇ ਜਿਹੜਾ ਕਿਸੇ ਨੂੰ ਜੋਬ ਦੇਣਾ। ਐਂਡ ਯੂ ਵਿਲ ਫਾਈਂਡ ਅ ਵਰਡ ਇੰਪਲਾਇਰਸ ਹੈਵਿੰਗ ਮੇਡ ਦੀਅਰ ਵੈਲਥ ਥਰੂ ਟਰੇਡ ਔਰ ਇੰਡਸਟਰੀਅਲ ਵੈਂਚਰਸ। ਅਤੇ ਉਹ ਆਪਣਾ ਜਿਹੜਾ ਹੈਗਾ ਜਿਹੜੀ ਹੈਗੀ ਆ ਪ੍ਰੋਪਰਟੀ ਜਾਂ ਵੈਲਥ ਕਿੱਦਾਂ ਬਣਾਉਂਦੇ ਸੀਗੇ, ਜਾਂ ਤਾਂ ਉਹ ਵਪਾਰ ਦੇ ਥਰੂ ਕਰਦੇ ਸੀ ਕਿ ਇਕੱਠੀ ਕਰਦੇ ਸੀ ਆਪਣੀ ਵੈਲਥ, ਅਤੇ ਜਾਂ ਕਰਦੇ ਸੀ ਇੰਡਸਟਰੀਅਲ ਵੈਂਚਰਸ, ਅਤੇ ਜਾਂ ਫਿਰ ਉਹ ਇੰਡਸਟਰੀ ਬਣਾ ਕੇ ਫੈਕਟਰੀਆਂ ਲਗਾ ਕੇ। ਦੇ ਫੈਲਟ ਦੈਟ ਸੱਚ ਐਫਰਟ ਸ਼ੁੱਡ ਬੀ ਇਨਕਰੇਜਡ। ਉਹ ਮਹਿਸੂਸ ਕਰਦੇ ਸੀ ਕਿ ਜਿਹੜੇ ਹੈਗੇ ਆ ਕੁਛ ਇੱਦਾਂ ਦੇ ਐਫਰਟਸ ਨੂੰ ਇਨਕਰੇਜ ਕੀਤਾ ਜਾਵੇ, ਉਤਸ਼ਾਹਿਤ ਕੀਤਾ ਜਾਵੇ। ਦੈਟ ਇਟਸ ਬੈਨੀਫਿਟਸ ਵੁੱਡ ਬੀ ਅਚੀਵਡ ਇਫ ਦਾ ਵਰਕ ਫੋਰਸ ਇਨ ਦਾ ਇਕੋਨਮੀ ਵਾਜ਼ ਹੈਲਥੀ ਐਂਡ ਸਿਟੀਜ਼ਨ ਵਰ ਐਜੂਕੇਟਡ। ਅਤੇ ਉਹ ਚਾਹੁੰਦੇ ਸੀਗੇ ਕਿ ਅਸੀਂ ਉਹ ਚੀਜ਼ ਨੂੰ ਅਚੀਵ ਕਰੀਏ ਕਿ ਸਾਡੀ ਜਿਹੜੀ ਵਰਕ ਫੋਰਸ ਆ, ਕੰਮ ਕਰਨ ਵਾਲੇ ਬੰਦੇ ਆ, ਉਹ ਵੀ ਇਕਨੋਮਿਕਲੀ ਜਿਹੜੇ ਹੈਗੇ ਆ ਹੈਲਦੀ ਹੋਣ ਅਤੇ ਉਹਨਾਂ ਦੀ ਜਿਹੜੀ ਹੈਗੀ ਆ ਐਜੂਕੇਸ਼ਨ ਹੋਵੇ। ਅਪੋਜ਼ ਟੂ ਦਾ ਪ੍ਰਿਵਿਲੇਜ ਦਾ ਓਲਡ ਅਰਿਸਟੋਕ੍ਰੇਸੀ ਹੈਡ ਬੀਨ ਬਾਏ ਬਰਥ। ਉਹ ਵਿਰੋਧ ਕਰਦੇ ਸੀਗੇ ਕਿ ਜਿਹੜੀ ਅਰਿਸਟੋਕ੍ਰੇਸੀ ਆ, ਨਿਰੰਕੁਸ਼ ਅਰਿਸਟੋਕ੍ਰੇਸੀ ਮਤਲਬ ਕਿ ਖਾਨਦਾਨੀ ਰਾਜ ਹੈ ਜਿਹੜਾ, ਉਹ ਬਾਏ ਬਰਥ ਨਹੀਂ ਹੋਣਾ ਚਾਹੀਦਾ। ਪ੍ਰਿਵਿਲੇਜ ਹੁੰਦੇ ਆ ਵਿਸ਼ੇਸ਼ ਅਧਿਕਾਰ। ਅਪੋਜ਼ ਟੂ ਦਾ ਪ੍ਰਿਵਿਲੇਜ ਦਾ ਓਲਡ ਅਰਿਸਟੋਕ੍ਰੇਸੀ ਹੈਡ ਬਾਏ ਬਰਥ। ਜਿਵੇਂ ਰਾਜਿਆਂ ਦੇ ਘਰਾਂ ਵਿੱਚ ਬਾਏ ਬਰਥ ਉਹਦਾ ਸਨ ਵੀ ਅੱਗੇ ਜਿਹੜਾ ਕੀ ਹੁੰਦਾ ਸੀਗਾ, ਉਹ ਵੀ ਕਿੰਗ ਬਣਦਾ ਸੀ ਅੱਗੇ ਜਾ ਕੇ, ਅਤੇ ਪੀੜ੍ਹੀ ਦਰ ਪੀੜ੍ਹੀ ਇੱਕ ਸਿਸਟਮ ਚੱਲਦਾ ਰਹਿੰਦਾ ਸੀਗਾ। ਉਹ ਇਸ ਚੀਜ਼ ਦਾ ਵਿਰੋਧ ਕਰਦੇ ਸੀਗੇ। ਦੇ ਫਰਮਲੀ ਬਿਲੀਵਡ ਇਨ ਦਾ ਵੈਲਿਊ ਆਫ ਇੰਡੀਵਿਜੂਅਲ ਐਫਰਟ। ਅਤੇ ਉਹ ਵਿਸ਼ਵਾਸ ਕਰਦੇ ਸੀਗੇ ਕਿ ਕਿਸੇ ਬੰਦੇ ਦਾ ਜਿਹੜਾ ਹੈਗੇ ਆਪਣੇ ਐਫਰਟਸ ਕਿੰਨਾ ਉਹ ਹਾਰਡ ਵਰਕ ਕਰਦਾ, ਇਸ ਚੀਜ਼ ਨੂੰ ਬਿਲੀਵ ਕਰਦੇ ਸੀਗੇ। ਲੇਬਰ ਐਂਡ ਇੰਟਰਪ੍ਰਾਈਜ਼। ਅਤੇ ਲੇਬਰ ਦੇ ਕੰਮ ਨੂੰ ਉਹ ਵਧੀਆ ਮੰਨਦੇ ਸੀਗੇ ਕਿ ਬਹੁਤ ਹੀ ਹਾਰਡ ਵਰਕ ਵਾਲਾ ਕੰਮ ਆ। ਐਂਡ ਇੰਟਰਪ੍ਰਾਈਜ਼ ਇਫ ਫਰੀਡਮ ਆਫ ਇੰਡੀਵਿਜੂਅਲਸ ਵਾਜ਼ ਇੰਸ਼ੋਰਡ। ਅਤੇ ਜੇ ਕਿਸੇ ਬੰਦੇ ਨੂੰ ਉਹਦੀ ਫਰੀਡਮ ਦਿੱਤੀ ਜਾਊਗੀ। ਇਫ ਦਾ ਪੂਅਰ ਕੁੱਡ ਲੇਬਰ ਐਂਡ ਦੋਜ਼ ਵਿਦ ਕੈਪੀਟਲ ਕੁੱਡ ਓਪਰੇਟ ਵਿਦਾਊਟ ਰਿਸਟੇਨਸ। ਅਤੇ ਜਿਹੜੀ ਸੰਪੱਤੀ ਆ ਬਿਨਾਂ ਕਿਸੇ ਰੋਕ ਟੋਕ ਦੇ ਉਹਨੂੰ ਓਪਰੇਟ ਕੀਤਾ ਜਾਊਗਾ ਫੈਕਟਰੀਆਂ ਨੂੰ, ਤਾਂ ਉਹਨਾਂ ਨਾਲ ਪੂਰੇ ਜਿਹੜੇ ਲੋਕ ਆ ਉਹਨਾਂ ਦੀ ਹਾਲਤ ਵਿੱਚ ਵੀ ਸੁਧਾਰ ਆਵੇਗਾ। ਦੇ ਬਲੀਵ ਦੈਟ ਸੋਸਾਇਟੀ ਵੁੱਡ ਡਿਵੈਲਪ। ਅਤੇ ਸੋਸਾਇਟੀ ਡਿਵੈਲਪ ਹੋਊਗੀ ਜੇ ਸਿਰਫ ਸੰਪੱਤੀ ਜਿਹੜੀ ਹੈਗੀ ਹੈ ਵੈਲਥ ਆ ਸਾਡੀ, ਉਹ ਇੱਕ ਦੇ ਹੱਥ ਵਿੱਚ ਨਾ ਹੋਵੇ। ਮੈਨੀ ਵਰਕਿੰਗ ਮੈਨ ਐਂਡ ਵੂਮਨ ਹੂ ਵਾਂਟ ਟੂ ਚੇਂਜ ਇਨ ਦਾ ਵਰਲਡ ਰੈਲੀਡ ਅਰਾਊਂਡ ਲਿਬਰਲ ਐਂਡ ਰੈਡੀਕਲ ਗਰੁੱਪ ਐਂਡ ਪਾਰਟੀਜ਼ ਇਨ ਦਾ ਅਰਲੀ ਸੈਂਚੁਰੀ। ਬਹੁਤ ਸਾਰੇ ਆਦਮੀਆਂ ਅਤੇ ਔਰਤ ਇਹ ਚਾਹੁੰਦੇ ਸੀਗੇ
ਕਿ ਸੰਸਾਰ ਦੇ ਵਿੱਚ ਚੇਂਜਸ ਹੋਣ ਲਿਬਰਲ ਦੇ ਹਿਸਾਬ ਨਾਲ ਅਤੇ ਰੈਡੀਕਲ ਦੇ। ਅਰਾਊਂਡ ਅ ਲਿਬਰਲ ਐਂਡ ਰੈਡੀਕਲ ਗਰੁੱਪ ਇਨ ਪਾਰਟੀਜ਼ ਇਨ ਦਾ ਅਰਲੀ 19th ਸੈਂਚਰੀ। ਜਿਹੜਾ 19th ਸੈਂਚਰੀ ਸੀ ਜਦੋਂ ਉਹਦੀ ਸ਼ੁਰੂਆਤ ਹੋ ਰਹੀ ਸੀਗੀ, ਅਤੇ ਬਹੁਤ ਸਾਰੇ ਮੈਨ ਅਤੇ ਵੂਮਨ ਇਹ ਚਾਹੁੰਦੇ ਸੀ ਕਿ ਸੰਸਾਰਿਕ ਤੌਰ 'ਤੇ ਪੂਰੇ ਵਰਲਡ ਲੈਵਲ 'ਤੇ ਚੇਂਜਸ ਹੋਣ, ਜਿਵੇਂ ਲਿਬਰਲ ਚਾਹੁੰਦੇ ਆ ਐਂਡ ਰੈਡੀਕਲ ਚਾਹੁੰਦੇ ਆ। ਸਮ ਨੈਸ਼ਨਲਿਸਟ, ਹੁਣ ਨੈਸ਼ਨਲਿਸਟ ਵਰਡ ਇੱਥੇ ਆਇਆ। ਨੈਸ਼ਨਲਿਸਟ ਉਹ ਹੁੰਦੇ ਜਿਹੜੇ ਆਪਣੇ ਦੇਸ਼ ਨੂੰ ਪਿਆਰ ਕਰਦੇ ਹੁੰਦੇ ਆ। ਅਤੇ ਸਮ ਨੈਸ਼ਨਲਿਸਟ ਲਿਬਰਲ ਐਂਡ ਰੈਡੀਕਲ ਵਾਂਟਡ ਰੈਵੋਲਿਊਸ਼ਨਸ ਟੂ ਪੁੱਟ ਐਨ ਐਂਡ ਟੂ ਦਾ ਕਾਈਂਡ ਆਫ ਗਵਰਨਮੈਂਟ ਸਟੈਬਲਿਸ਼ ਇਨ ਯੂਰਪ ਇਨ 1815। ਹੁਣ ਹੁੰਦਾ ਕੀ ਆ ਕਿ ਜਿਹੜੇ ਨੈਸ਼ਨਲਿਸਟ ਹੁੰਦੇ ਆ ਉਹ ਵੀ, ਅਤੇ ਲਿਬਰਲ ਵੀ ਅਤੇ ਰੈਡੀਕਲ ਵੀ ਰੈਵੋਲਿਊਸ਼ਨ ਜਿਹੜੀ ਚੱਲ ਰਹੀ ਹੁੰਦੀ ਆ ਉਹਨੂੰ ਐਂਡ ਕਰਨਾ ਚਾਹੁੰਦੇ ਹੁੰਦੇ ਆ ਕਿ ਯੂਰਪ ਵਿੱਚ ਜਿਸ ਤਰ੍ਹਾਂ ਦੀ ਗੌਰਮੈਂਟ ਬਣੀ ਆ ਉਹਦਾ ਖਾਤਮਾ ਹੋ ਜਾਵੇ। ਯੂਰਪ ਇੱਕ ਪੂਰੇ ਦਾ ਪੂਰਾ ਕੰਟੀਨੈਂਟ ਆ, ਉੱਥੇ ਨਿਰੰਕੁਸ਼ ਜਿਹੜਾ ਹੈਗਾ ਟਰਡੀਸ਼ਨਲ ਮੈਥਡ ਚੱਲ ਰਿਹਾ ਸੀਗਾ ਕਿ ਕਿੰਗ ਆ ਉਹਦਾ ਜਿਹੜਾ ਹੈਗਾ ਬੇਟਾ ਆ ਕੇ ਕਿੰਗ ਬਣਦਾ ਸੀਗਾ, ਉਹਦਾ ਪੁੱਤਰ, ਅਤੇ ਇਹ ਜਿਹੜਾ ਟਰਡੀਸ਼ਨਲ ਮੈਥਡ ਆ ਇਹ ਖਤਮ ਹੋ ਜਾਵੇ ਇਨ 1850 1815 ਤੱਕ। ਔਰ 1815 ਇੱਕ ਬਹੁਤ ਹੀ ਮੋਸਟ ਇੰਪੋਰਟੈਂਟ ਫਿਗਰ ਇਨ ਦਾ ਵਰਲਡ when the 1850 I think Waterloo War was fought. In France, Italy, Germany and Russia they became revolutionaries and worked to overthrow existing monarchs। ਤਾਂ ਫਰਾਂਸ ਦੇ ਵਿੱਚ ਅਤੇ ਇਟਲੀ ਜਰਮਨੀ ਦੇ ਵਿੱਚ ਰੈਵੋਲਿਊਸ਼ਨਰੀਜ਼ ਪੈਦਾ ਹੋਏ, ਉਹਨਾਂ ਨੇ ਕੰਮ ਕੀਤਾ। ਓਵਰਥਰੂ ਹੁੰਦਾ ਡੇਗਣਾ ਐਗਜ਼ਿਸਟਿੰਗ ਮਨਾਰਕਸ, ਅਤੇ ਐਗਜ਼ਿਸਟਿੰਗ ਮਨਾਰਕ ਨੂੰ ਰਿਮੂਵ ਕਰਨ ਲਈ, ਓਵਰਥਰੂ ਕਰਨ ਲਈ ਉਹਨਾਂ ਨੇ ਕੰਮ ਕੀਤਾ। ਨੈਸ਼ਨਲਿਸਟ talked of revolutions that would create a nation where all citizens would have equal right। ਔਰ ਨੈਸ਼ਨਲਿਸਟ ਗੱਲ ਕਰਦੇ ਸੀਗੇ ਕਿ ਰੈਵੋਲਿਊਸ਼ਨਰੀ ਇੱਕ ਇਹੋ ਜਿਹੀ ਦੇਸ਼, ਇੱਕ ਇਹੋ ਜਿਹਾ ਨੇਸ਼ਨ ਬਣਾਉਣਗੇ ਜਿਹਦੇ ਵਿੱਚ ਸਾਰੇ ਸਿਟੀਜ਼ਨ ਨੂੰ ਇੱਕ ਬਰਾਬਰ ਜਿਹੜੇ ਹੈਗੇ ਆ ਰਾਈਟਸ ਮਿਲਣਗੇ, ਉਹਨਾਂ ਦੇ ਅਧਿਕਾਰ ਮਿਲਣਗੇ। ਹੁਣ ਰਸ਼ੀਆ ਦੇ ਵਿੱਚ ਵੀ ਸਾਰਾ ਕੁਛ ਸੇਮ ਹੋ ਰਿਹਾ, ਇਕੁਅਲ ਰਾਈਟਸ। ਆਫਟਰ 1815 ਗੈਸਪ ਮੇਜਨੀ, 1815 ਤੋਂ ਬਾਅਦ ਕੀ ਹੁੰਦਾ ਹੈਗਾ, ਗੈਸਪ ਮੇਜਨੀ ਐਨ ਇਟਾਲੀਅਨ ਨੈਸ਼ਨਲਿਸਟ, ਇਟਲੀ ਦਾ ਇੱਕ ਨੈਸ਼ਨਲਿਸਟ ਹੁੰਦਾ ਜਿਹੜਾ ਇਟਲੀ ਨੂੰ ਇੱਕ ਨੇਸ਼ਨ ਬਣਾਉਣਾ ਚਾਹੁੰਦਾ ਹੁੰਦਾ। ਕੰਸਪਾਇਰਡ ਵਿਦ ਅਦਰ ਟੂ ਅਚੀਵ ਦਿਸ ਇਨ ਇਟਲੀ, ਅਤੇ ਉਹਨੇ ਦੂਸਰਿਆਂ ਨੂੰ ਵੀ ਜਿਹੜਾ ਹੈਗਾ ਇੱਕ ਰਸਤਾ ਦਿਖਾਇਆ ਕਿ ਕਿਵੇਂ ਅਸੀਂ ਇੱਕ ਨੇਸ਼ਨ ਬਣਾ ਸਕਦੇ ਹਾਂ। ਨੈਸ਼ਨਲਸ ਐਲਸਫੇਅਰ ਇਨਕਲੂਡਿੰਗ ਇੰਡੀਆ ਰੀਡ ਹਿਜ਼ ਰਾਈਟਿੰਗਸ, ਅਤੇ ਨੈਸ਼ਨਲਿਸਟ ਜਿਹੜੇ ਇੰਡੀਆ ਦੇ ਵਿੱਚ ਵੀ ਸੀਗੇ, ਉਦੋਂ ਵੀ ਇੰਡੀਆ ਦੇ ਵਿੱਚ ਜਿਹੜਾ ਹੈਗਾ ਬ੍ਰਿਟਿਸ਼ ਦਾ ਰਾਜ ਸੀਗਾ, ਅਤੇ ਉਹਦੇ ਵਿੱਚ ਵੀ ਜਿਹੜੇ ਸਾਡੇ ਇੰਡੀਆ ਦੇ ਵਿੱਚ ਵੀ ਨੈਸ਼ਨਲਿਸਟ ਸੀਗੇ, ਉਹ ਜਿਹੜੀਆਂ ਹੈਗੀਆਂ ਗੈਸਪ ਮੇਜਨੀ ਵਰਗੇ ਜਿਹੜੇ ਹੋਏ ਆ ਨੈਸ਼ਨਲਿਸਟ, ਉਹਨਾਂ ਦੀਆਂ ਰਚਨਾਵਾਂ ਨੂੰ, ਉਹਨਾਂ ਦੀਆਂ ਜਿਹੜੇ ਵਿਊਜ਼ ਸੀਗੇ ਪੇਪਰ ਦੇ ਵਿੱਚ ਛਪਦੇ, ਉਹਨਾਂ ਨੂੰ ਪੜ੍ਹਦੇ ਰਹਿੰਦੇ ਸੀ। ਦਾ ਕਮਿੰਗ ਆਫ ਸੋਸ਼ਲਿਜ਼ਮ ਟੂ ਯੂਰਪ, ਹੁਣ ਸਮਾਜਵਾਦ ਜਿਹੜਾ ਹੈਗਾ ਯੂਰਪ ਦੇ ਵਿੱਚ ਕਿੱਦਾਂ ਆਉਂਦਾ। Perhaps one of the most far-reaching vision of how society should be structured was socialism। ਸ਼ਾਇਦ ਇਹ ਬਹੁਤ ਜਿਹੜਾ ਹੈਗਾ ਦੂਰ ਦ੍ਰਿਸ਼ਟੀ ਵਾਲਾ ਬਹੁਤ ਲੰਮਾ ਵਿਜ਼ਨ ਹੈ ਕਿ ਸੁਸਾਇਟੀ ਕਿੱਦਾਂ ਹੋਣੀ ਚਾਹੀਦੀ ਹੈ, ਕਿਵੇਂ ਉਹਨਾਂ ਨੂੰ ਸੁਸਾਇਟੀ ਨੂੰ ਬਣਾਇਆ ਜਾਣਾ ਚਾਹੀਦਾ। ਬਾਏ ਦਾ ਮਿਡ 19th ਸੈਂਚਰੀ, 19th ਸੈਂਚਰੀ ਦੇ ਅੱਧ ਤੱਕ ਯੂਰਪ ਦੇ ਵਿੱਚ ਸੋਸ਼ਲਿਜ਼ਮ ਵਾਜ਼ ਵੈਲ ਨੋਨ ਬੋਡੀ of idea that attracted widespread attention। ਤਾਂ ਸੋਸ਼ਲਿਜ਼ਮ ਇੱਕ ਬਹੁਤ ਹੀ ਜ਼ਿਆਦਾ ਫੇਮਸ ਇੱਕ ਆਈਡੀਆ ਹੋ ਗਿਆ ਸੀਗਾ ਜਿਹਨੇ ਬਹੁਤ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਸੋਸ਼ਲਿਸਟ ਵਰ ਅਗੇਂਸਟ ਪ੍ਰਾਈਵੇਟ ਪ੍ਰੋਪਰਟੀ, ਅਤੇ ਹੁਣ ਇੱਥੇ ਕੀ ਆ ਕਿ ਜਿਹੜੇ ਸਮਾਜਵਾਦੀ ਆ ਉਹ ਪ੍ਰਾਈਵੇਟ ਪ੍ਰੋਪਰਟੀ ਨੂੰ ਨਫ਼ਰਤ ਕਰਦੇ ਸੀਗੇ, ਅਗੇਂਸਟ ਸੀ ਉਹਦੇ, ਐਂਡ ਸਾ ਇਟ ਐਜ਼ ਦਾ ਰੂਟ ਆਫ ਆਲ ਸੋਸ਼ਲ ਇਲਸ ਆਫ ਦਾ ਟਾਈਮ। ਅਤੇ ਉਹ ਮੰਨਦੇ ਸੀ ਕਿ ਸਾਰੀਆਂ ਜਿਹੜੀਆਂ ਲੜਾਈ ਝਗੜਿਆਂ ਦੀ ਜੜ ਆ, ਸਾਰੀਆਂ ਸਮਾਜ ਦੇ ਵਿੱਚ ਜਿੰਨੇ ਵੀ ਕ੍ਰਾਈਮਸ ਹੁੰਦੇ ਆ ਉਹਨਾਂ ਦੀ ਜੜ ਜਿਹੜੀ ਹੈਗੀ ਆ ਪ੍ਰਾਈਵੇਟ ਪ੍ਰੋਪਰਟੀ ਆ।
ਦੇਖੋ ਜੇ ਕਿਸੇ ਕੋਲ ਪ੍ਰਾਈਵੇਟ ਪ੍ਰੋਪਰਟੀ ਨਹੀਂ ਹੋਊਗੀ, ਸਾਰਾ ਕੁਝ ਸਰਕਾਰ ਦਾ ਹੋਊਗਾ, ਬਸ ਅਸੀਂ ਆਪਣਾ ਜ਼ਿੰਦਗੀ ਬਤੀਤ ਕਰਨੀ ਹੈ, ਰਹਿਣਾ, ਸਭ ਨੂੰ ਇਕੁਅਲ ਰਾਈਟਸ ਹੋਣਗੇ ਅਕੋਰਡਿੰਗ ਟੂ ਦੇਅਰ ਫੈਮਿਲੀ ਮੈਂਬਰ। ਯੂ ਹੈਵ get a house from the government, that will be a very sufficient way to make a good society। ਤਾਂ ਇਹ ਚੀਜ਼ ਸੀਗੀ ਕਿ ਸਮਾਜਵਾਦ ਦੇ ਵਿੱਚ ਸਾਰਿਆਂ ਨੂੰ ਬਰਾਬਰ ਰਾਈਟ ਹੁੰਦਾ, ਤਾਂ ਪ੍ਰੋਪਰਟੀ ਜਿਹੜੀ ਹੈਗੀ ਹੈ ਸਰਕਾਰ ਦੀ ਹੁੰਦੀ ਹੈ। ਤਾਂ ਇਹਦੇ ਵਿੱਚ ਫਿਰ ਲੜਾਈ ਝਗੜਿਆਂ ਦੀ ਜਿਹੜੀ ਹੈਗੀ ਆ ਪੋਸੀਬਿਲਿਟੀਜ਼ ਘੱਟ ਹੋ ਜਾਂਦੀਆਂ। ਵਾਈ ਇੰਡੀਵਿਜੂਅਲ ਓਨ ਦਾ ਪ੍ਰੋਪਰਟੀ that gave employment, but the proprietor were considered only with personal gain and not with the welfare of those who made the property productive। ਹੁਣ ਹੁੰਦਾ ਕਿ ਇੰਡੀਵਿਜੂਅਲ ਜਿਹੜੇ ਹੈਗੇ ਆ ਉਹਨਾਂ ਦੀ ਪ੍ਰੋਪਰਟੀ ਹੁੰਦੀ ਆ, ਓਨ ਕਰਦੇ ਆ, ਉਹ ਇੰਪਲਾਈਮੈਂਟ ਦਿੰਦੇ ਆ ਉਹ ਲੋਕਾਂ ਨੂੰ, ਬਟ ਉਹਨਾਂ ਦੀ ਮੇਨ ਜਿਹੜਾ ਪਰਪਸ ਹੁੰਦਾ ਕਿ ਕੌਂਸਟੇਟ ਕਰਨਾ, ਸਾਰੀ ਸੰਪत्ति ਨੂੰ ਆਪਣੇ ਹੱਥ ਵਿੱਚ ਰੱਖਣਾ ਹੁੰਦਾ। ਅਤੇ ਜ਼ਿਆਦਾਤਰ ਉਹ ਜਿਹੜਾ ਹੈਗਾ ਸਮਾਜ ਦੇ ਜਿਹੜੀ ਸਾਡੀ ਸੁਸਾਇਟੀ ਆ ਉਹਦੇ ਭਲਾਈ ਵਾਸਤੇ ਜਿਹੜੇ ਕੰਮ ਕਰਨੇ ਹੁੰਦੇ ਆ ਉਹਨਾਂ ਵੱਲ ਧਿਆਨ ਨਹੀਂ ਦਿੰਦੇ। ਵੈਲਫੇਅਰ ਆਫ ਦੋਜ਼ ਹੂ ਮੇਡ ਪ੍ਰੋਪਰਟੀ ਪ੍ਰੋਡਕਟਿਵ, ਜਿਹਦੇ ਨਾਲ ਪ੍ਰੋਪਰਟੀ ਜਿਹੜੀ ਹੈਗੀ ਹੈ ਕਿਸੇ ਪਰਸਨ ਦੀ ਪ੍ਰੋਡਕਟਿਵ ਲੱਗੇ, ਕਿ ਸਮਾਜ ਦੀ ਹੈਲਪ ਵੀ ਕਰ ਰਿਹਾ। ਸੋ ਇਫ ਸੋਸਾਇਟੀ ਐਜ਼ ਏ ਹੋਲ ਰੈਦਰ ਦੈਨ ਏ ਸਿੰਗਲ ਇੰਡੀਵਿਜੂਅਲ ਕੰਟਰੋਲਡ ਪ੍ਰੋਪਰਟੀ, ਮੋਰ ਅਟੈਂਸ਼ਨ ਵੁੱਡ ਬੀ ਪੇਡ ਟੂ ਕਲੈਕਟਿਵ ਸੋਸ਼ਲ ਇੰਟਰਸਟ। ਅਤੇ ਜੇ ਹੁਣ ਸੁਸਾਇਟੀ ਇੱਦਾਂ ਦੀ ਬਣ ਜਾਵੇ ਜਿਹਦੇ ਵਿੱਚ ਪ੍ਰੋਪਰਟੀ ਇੱਕ ਹੱਥ ਵਿੱਚ ਨਾ ਹੋ ਕੇ ਸਾਰਿਆਂ ਦੇ ਵਿੱਚ ਸਾਂਝੀ ਹੋਵੇ, ਤਾਂ ਜ਼ਿਆਦਾ ਜਿਹੜੀ ਅਟੈਂਸ਼ਨ ਆ ਫਿਰ ਸਾਡੀ ਸੁਸਾਇਟੀ ਨੂੰ ਬਣਾਉਣ 'ਤੇ ਹੋਊਗੀ, ਕਿਉਂਕਿ ਇਹ ਦੌੜ ਨਹੀਂ ਲੱਗੂਗੀ ਲੋਕਾਂ ਦੇ ਵਿੱਚ ਕਿ ਅਸੀਂ ਆਪਣੀ ਪਰਸਨਲ ਪ੍ਰੋਪਰਟੀ, ਅਸੀਂ ਆਪਣੀ ਜ਼ਮੀਨ ਖਰੀਦਣੀ ਹੈ, ਪੈਸਾ ਜ਼ਿਆਦਾ ਕਲੈਕਟ ਕਰਨਾ, ਸਾਨੂੰ ਕੋਈ ਫੀਅਰ ਨਹੀਂ ਹੋਊਗਾ ਕਿ ਸਾਡਾ ਜਿਹੜਾ ਹੈਗਾ ਫੂਡ ਚੇਨ ਕਿੱਥੋਂ ਚੱਲੂਗੀ। ਜਦੋਂ ਅਸੀਂ ਓਲਡ ਹੋ ਜਾਂਦੇ ਹਾਂ, ਸਾਡੀ ਪੈਨਸ਼ਨ ਸਿਸਟਮ ਦਾ ਕੋਈ ਟੈਨਸ਼ਨ ਨਹੀਂ ਹੋਊਗੀ, ਮੈਡੀਕਲ ਫੈਸਿਲਿਟੀਜ਼ ਹੋਣਗੀਆਂ ਅਤੇ ਅਸੀਂ ਆਜ਼ਾਦੀ ਨਾਲ ਰਹਿ ਸਕਦੇ ਹੋਵਾਂਗੇ, ਤਾਂ ਸਾਨੂੰ ਇਹ ਲਾਲਚ ਨਹੀਂ ਹੋਵੇਗਾ। ਤਾਂ ਅਸੀਂ ਜਿਹੜੇ ਹੈਗੇ ਸੁਸਾਇਟੀ ਨੂੰ, ਸਾਡਾ ਸਮਾਜ ਵਧੀਆ ਬਣਾਉਣ ਵੱਲ ਧਿਆਨ ਦੇਵਾਂਗੇ। ਸੋਸ਼ਲਿਸਟ ਵਾਂਟਡ ਦਿਸ ਚੇਂਜ ਐਂਡ ਕੰਪੇਨਡ ਫਾਰ ਇਟ। ਅਤੇ ਸਮਾਜਵਾਦੀਆਂ ਨੇ ਫਿਰ ਉਹ ਚੇਂਜ ਚਾਹੁੰਦੇ ਸੀ ਅਤੇ ਇਹਦੇ ਲਈ ਉਹਨਾਂ ਨੇ ਕੈਂਪੇਨ ਕੀਤਾ। ਕੈਂਪੇਨ ਮਤਲਬ ਕਿ ਸਟਰਗਲ ਕੀਤੀ, ਲੋਕਾਂ ਨੂੰ ਜਾ ਕੇ ਦੱਸਿਆ ਸਮਾਜਵਾਦ ਬਾਰੇ। ਹਾਊ ਕੁਡ ਅ ਸੋਸਾਇਟੀ ਵਿਦਾਊਟ ਪ੍ਰੋਪਰਟੀ ਓਪਰੇਟ, ਅਤੇ ਉਹਨਾਂ ਨੇ ਦੱਸਿਆ ਕਿ ਸੁਸਾਇਟੀ ਕਿੱਦਾਂ ਓਪਰੇਟ ਹੋ ਸਕਦੀ ਹੈ ਵਿਦਾਊਟ ਜਿਹੜਾ ਹੈਗਾ ਪ੍ਰੋਪਰਟੀ। ਵਟ ਵੁੱਡ ਬੀ ਦਾ ਬੇਸਿਸ ਆਫ ਸੋਸ਼ਲਿਸਟ ਸੁਸਾਇਟੀ, ਅਤੇ ਕਿਹੜੇ ਜਿਹੜੇ ਹੈਗੇ ਆਧਾਰ ਹੋਣਗੇ, ਕਿਹਨਾਂ ਦੇ ਕਿਹੜੀ ਨੀਂਹ ਕੀ ਹੋਊਗੀ ਕਿ ਜਿਹੜੀ ਸੋਸ਼ਲਿਸਟ ਸੁਸਾਇਟੀ ਬਣਾਈ ਜਾਊਗੀ। ਤਾਂ ਨੈਕਸਟ ਪੜ੍ਹਦੇ ਹਾਂ ਆਪਾਂ। ਸੋਸ਼ਲਿਸਟ ਹੈਡ ਬੀਨ ਡਿਫਰੈਂਟ ਵਿਜ਼ਨ ਆਫ ਦਾ ਫਿਊਚਰ, ਅਤੇ ਸੋਸ਼ਲਿਸਟ ਦੇ ਕੋਲੇ ਡਿਫਰੈਂਟ ਵਿਜ਼ਨ ਸੀਗਾ ਫਿਊਚਰ ਲਈ। ਸਮ ਬਲੀਵਡ ਇਨ ਦਾ ਆਈਡੀਆ ਆਫ ਕੋਆਪਰੇਟਿਵਸ, ਅਤੇ ਕੁਛ ਬੰਦੇ ਜਿਹੜੇ ਵਿਸ਼ਵਾਸ ਕਰਦੇ ਸੀ ਕੋਆਪਰੇਟਿਵ ਦੇ ਆਈਡੀਆ ਦੇ ਵਿੱਚ। ਕੋਆਪਰੇਟਿਵ ਮਤਲਬ ਕੋਆਪਰੇਸ਼ਨ ਕਰਨਾ, ਕੋਆਪਰੇਟਿਵ ਸੁਸਾਇਟੀਜ਼ ਬਣਾਉਣਾ। ਰੋਬਰਟ ਔਨ 1771 to 1858, a leading English manufacturer, sought to be build a cooperative community called New Harmony in Indiana, USA। ਅਤੇ ਫਿਰ ਕੀ ਹੋਇਆ ਕਿ ਰੋਬਰਟ ਔਨ ਨਾਮ ਦਾ ਇੱਕ ਇੰਗਲਿਸ਼ ਮੈਨੂਫੈਕਚਰਰ ਸੀਗਾ ਜਿਹਨੇ ਇੱਕ ਕੋਆਪਰੇਟਿਵ ਕਮਿਊਨਿਟੀ ਬਣਾਈ, ਜਿਹਦਾ ਨਾਮ ਉਹਨਾਂ ਨੇ ਰੱਖਿਆ ਹਾਰਮੋਨੀ। ਇੰਡੀਆਨਾ ਦੇ ਵਿੱਚ ਸੀਗੀ, ਜਦੋਂ USA ਦੀ ਜਿਹੜੀ ਸਟੇਟ ਆ, ਕਿਉਂਕਿ ਹੁਣ ਜਿਹੜਾ ਸਮਾਜਵਾਦ ਆ ਸਾਰੇ ਵਰਲਡ ਦੇ ਵਿੱਚ ਫੈਲ ਰਿਹਾ, USA 'ਚ ਵੀ ਹੋ ਰਿਹਾ, ਬਣ ਰਹੀਆਂ ਸੁਸਾਇਟੀਜ਼, ਇੰਗਲੈਂਡ ਦੇ ਵਿੱਚ ਵੀ, ਯੂਰਪ ਦੇ ਵਿੱਚ ਵੀ, ਬਾਕੀ ਕਈ ਕੰਟਰੀਆਂ ਵਿੱਚ ਸਮਾਜਵਾਦ ਫੈਲ ਰਿਹਾ, ਕਿਉਂਕਿ ਬਹੁਤ ਪੋਪੂਲਰ ਆਈਡੀਆ ਹੋ ਗਿਆ ਸੀਗਾ, ਨਵਾਂ ਇੱਕ ਆਈਡੀਆ। ਅਦਰ ਸੋਸ਼ਲਿਸਟ ਫੈਲਟ ਦੈਟ ਕੋਆਪਰੇਟਿਵ ਕੁਡ ਨਾਟ ਬੀ ਬਿਲਟ ਔਨ ਏ ਵਾਈਡ ਸਕੇਲ ਓਨਲੀ ਥਰੂ ਇੰਡੀਵਿਜੂਅਲ ਇਨੀਸ਼ੀਏਟਿਵ। ਅਤੇ ਦੂਸਰੇ ਸੋਸ਼ਲਿਸਟ ਕਹਿੰਦੇ ਸੀ ਕੋਆਪਰੇਟਿਵ ਉਨਾ ਚਿਰ ਨਹੀਂ ਹੋਣਾ ਜਾ ਸਕਦੀ ਓਨਲੀ ਥਰੂ ਇੰਡੀਵਿਜੂਅਲ ਇਨੀਸ਼ੀਏਟਿਵ, ਤੁਹਾਡੇ ਇਕੱਲੇ ਇੰਡੀਵਿਜੂਅਲ ਇਨੀਸ਼ੀਏਟਿਵ ਦੇ ਕੰਮ ਕਰਨ ਦੇ ਨਾਲ ਜਿਹੜੀ ਹੈਗੀ ਹੈ ਸੁਸਾਇਟੀ ਕੋਆਪਰੇਟਿਵ ਨਹੀਂ ਬਣ ਸਕਦੀ। ਦੇ ਡਿਮਾਂਡਡ ਦਾ ਗੌਰਮੈਂਟ ਇਨਕਰੇਜ ਕੋਆਪਰੇਟਿਵਸ, ਅਤੇ ਉਹ ਕਹਿੰਦੇ ਸੀ ਵੀ ਜਿਹੜੀ ਸਰਕਾਰ ਆ ਉਹ ਵੀ ਉਤਸ਼ਾਹਿਤ ਕਰੇ ਕੋਆਪਰੇਟਿਵ ਕੰਮਾਂ ਨੂੰ, ਸਾਂਝੇ ਕੰਮਾਂ ਨੂੰ, ਸਾਂਝੀਆਂ ਚੀਜ਼ਾਂ ਨੂੰ, ਸਾਂਝੀਆਂ ਵਸਤੂਆਂ ਨੂੰ। ਇਨ ਫਰਾਂਸ ਫਾਰ ਇੰਸਟਾਂਸ, ਫਰਾਂਸ ਦੇ ਵਿੱਚ ਕੀ ਹੋਇਆ ਐਗਜ਼ਾਮਪਲ ਦੇ ਤੌਰ 'ਤੇ, ਲੂਇਸ ਬਲੈਂਕ 1813 to 1882
ਜਿਹੜਾ ਉਹਦਾ ਹੋਇਆ ਕਾਲ ਹੋਇਆ, ਮਤਲਬ ਕਿ ਟਾਈਮ ਸੀ ਉਹਦਾ, ਵਾਂਟਡ ਦਾ ਗਵਰਨਮੈਂਟ ਟੂ ਇਨਕਰੇਜ ਕੋਆਪਰੇਟਿਵ ਐਂਡ ਰਿਪਲੇਸ ਕੈਪੀਟਲਿਸਟ ਇੰਟਰਪ੍ਰਾਈਜ਼ਸ। ਤਾਂ ਉਹਨੇ ਕਿਹਾ, ਉਹ ਚਾਹੁੰਦਾ ਸੀ ਕਿ ਗੌਰਮੈਂਟ ਇਨਕਰੇਜ ਕਰੇ ਕੋਆਪਰੇਟਿਵ ਨੂੰ ਅਤੇ ਰਿਪਲੇਸ ਕਰਦੇ ਮਤਲਬ ਕਿ ਕੈਪੀਟਲਿਸਟ ਇੰਟਰਪ੍ਰਾਈਜ਼ਸ, ਜਿਨ੍ਹਾਂ ਦੀ ਆਪਣੀਆਂ ਜ਼ਮੀਨਾਂ ਹੈਗੀਆਂ, ਆਪਣੀਆਂ ਫੈਕਟਰੀਆਂ, ਉਹਨਾਂ ਨੂੰ ਰਿਮੂਵ ਕਰਦੇ। ਦ ਕੋਆਪਰੇਟਿਵਸ ਵਰ ਟੂ ਬੀ ਐਸੋਸੀਏਸ਼ਨ। ਤਾਂ ਕੋਆਪਰੇਟਿਵ ਕੀ ਸੀਗਾ? ਐਸੋਸੀਏਸ਼ਨ ਸੀਗੀਆਂ ਲੋਕਾਂ ਦੀ ਹੂ ਪ੍ਰੋਡਿਊਸ ਗੁੱਡ ਟੂਗੈਦਰ, ਜਿਹੜੇ ਚੀਜ਼ਾਂ ਨੂੰ ਇਕੱਠੇ ਹੀ ਪੈਦਾ ਕਰਦੇ ਸੀ, ਐਂਡ ਡਿਵਾਈਡ ਦਾ ਪ੍ਰੋਫਿਟ ਅਕੋਰਡਿੰਗ ਟੂ ਦਾ ਵਰਕ ਡਨ ਬਾਏ ਦਾ ਮੈਂਬਰਸ। ਅਤੇ ਉਹ ਫਿਰ ਉਹ ਜਿਹੜਾ ਪ੍ਰੋਫਿਟ ਹੁੰਦਾ ਸੀ ਉਹਨੂੰ ਵੰਡ ਲੈਂਦੇ ਸੀ ਜਿਸ ਹਿਸਾਬ ਨਾਲ ਕਿਸੇ ਵਿਅਕਤੀ ਨੇ ਕੰਮ ਕੀਤਾ। ਉਸ ਸੁਸਾਇਟੀ ਦੇ, ਉਸ ਕੋਆਪਰੇਟਿਵ ਗਰੁੱਪ ਦੇ ਮੈਂਬਰ ਨੇ ਜਿਸ ਹਿਸਾਬ ਨਾਲ ਵੀ ਕੰਮ ਕੀਤਾ ਹੈਗਾ, ਉਸ ਹਿਸਾਬ ਨਾਲ ਉਹ ਪੈਸੇ ਨੂੰ ਵੰਡ ਲੈਂਦੇ ਸੀਗੇ। ਤਾਂ ਇੱਕ ਬਹੁਤ ਮਹਾਨ ਫਿਲਾਸਫਰ ਹੋਇਆ ਜਿਹਨੇ ਸਮਾਜਵਾਦ ਦਾ ਸਿਧਾਂਤ ਦਿੱਤਾ ਸੀਗਾ। ਰਸ਼ੀਆ ਦੇ ਵਿੱਚ ਸਮਾਜਵਾਦ ਨੂੰ ਸਭ ਤੋਂ ਵੱਧ ਵਧੀਆ ਤਰੀਕੇ ਨਾਲ ਅਪਣਾਇਆ ਗਿਆ, ਜਿਹਦਾ ਨਾਮ ਹੈ ਕਾਰਲ ਮਾਰਕਸ। 1818 to 1883 ਕਾਰਲ ਮਾਰਕਸ ਐਂਡ ਫਰੈਡਰਿਕ ਐਂਜਲਸ। ਫਰੈਡਰਿਕ ਐਂਜਲਸ ਉਹਦੀ ਜਿਹੜੀ ਹੈਗੀ ਆ ਸਟੂਡੈਂਟ ਸੀਗੀ ਕਾਰਲ ਮਾਰਕਸ ਦੀ। 1820 to 1895 ਐਡਡ ਅਦਰ ਆਈਡੀਆ ਟੂ ਦਿਸ ਬੋਡੀ ਆਫ ਆਰਗੂਮੈਂਟ। ਅਤੇ ਉਹਨਾਂ ਨੇ ਨਵੇਂ ਆਈਡੀਆਜ਼ ਐਡ ਕਰਦੇ ਵੀ ਸੋਸ਼ਲਿਸਟ ਕਿੱਦਾਂ ਦਾ ਸਮਾਜ ਹੋਣਾ ਚਾਹੀਦਾ। ਨਵੇਂ ਆਈਡੀਆ ਨਾਲ ਕਾਰਲ ਮਾਰਕਸ ਅਤੇ ਫਰੈਡਰਿਕ ਐਂਜਲ ਦੀ ਐਂਟਰੀ ਹੁੰਦੀ ਆ 1818 ਤੋਂ ਲੈ ਕੇ 1883 ਤੱਕ। ਕਾਰਲ ਮਾਰਕਸ ਐਂਡ ਉਹਦੀ ਜਿਹੜੀ ਹੈਗੀ ਸਟੂਡੈਂਟ ਆ 1820 ਤੋਂ ਲੈ ਕੇ 1895 ਤੱਕ। ਮਾਰਕਸ ਆਰਗਿਊ ਡੈਟ ਇੰਡਸਟਰੀਅਲ ਸੋਸਾਇਟੀ ਵਾਜ਼ ਕੈਪੀਟਲਿਸਟ। ਉਹ ਕਹਿੰਦੇ ਵੀ ਜਿਹੜੀ ਇੰਡਸਟਰੀਅਲ ਸੋਸਾਇਟੀ ਹੈ ਸਾਰੀ, ਜਿਹੜੀ ਇਹਨਾਂ ਨੇ ਫੈਕਟਰੀਆਂ ਲਾਈਆਂ ਹੋਈਆਂ, ਸਾਰੇ ਕੈਪੀਟਲਿਸਟ ਆ। ਕੈਪੀਟਲਿਸਟ ਓਨ ਦਾ ਕੈਪੀਟਲ ਇਨਵੈਸਟਡ ਇਨ ਫੈਕਟਰੀਜ਼। ਜਿਹੜੇ ਕੈਪੀਟਲਿਸਟ ਆ ਉਹ ਆਪਦੀ ਜਿਹੜੀ ਸਾਰੀ ਧਨ ਦੌਲਤ ਆ ਉਹ ਕਾਹਦ 'ਚ ਇਨਵੈਸਟ ਕਰ ਦਿੰਦੇ ਆ? ਫੈਕਟਰੀਆਂ ਲਾਉਣ ਦੇ ਵਿੱਚ। ਐਂਡ ਪ੍ਰੋਫਿਟ ਆਫ ਕੈਪੀਟਲਿਸਟ ਵਾਜ਼ ਪ੍ਰੋਡਿਊਸਡ ਬਾਏ ਵਰਕਰ। ਅਤੇ ਉਹ ਕਹਿੰਦੇ ਕਿ ਜਿਹੜਾ ਪ੍ਰੋਫਿਟ ਆ ਅਸਲ 'ਚ ਜਿਹੜੇ ਉਹਦੇ ਵਰਕਰ ਪ੍ਰੋਡਿਊਸ ਕਰਦੇ ਆ। ਕੰਮ ਕੌਣ ਕਰਦੇ ਆ ਐਕਚੁਅਲ ਦੇ ਵਿੱਚ? ਵਰਕਰ ਕਰਦੇ ਆ। ਅਤੇ ਸਾਰਾ ਪੈਸਾ ਕੌਣ ਲਾਇਆ ਜਾਂਦਾ? ਜਿਹੜਾ ਕੈਪੀਟਲਿਸਟ ਜਿਹਨੇ ਪੈਸਾ ਲਾਇਆ ਹੁੰਦਾ, ਉਹ ਪੈਸਾ ਲਾ ਕੇ ਇੱਕ ਵਾਰੀ ਅਤੇ ਉਹ ਪੈਸਾ ਜ਼ਿਆਦਾ ਮਾਤਰਾ ਦੇ ਵਿੱਚ ਵਧਾ ਲੈਂਦਾ ਹੈਗਾ, ਜਦੋਂ ਕਿ ਸਾਰਾ ਕੰਮ ਕੌਣ ਕਰਦੇ ਆ? ਵਰਕਰ ਕਰਦੇ ਆ। The condition of worker could not improve as long as this profit was accumulated by private capitalist। ਕੰਡੀਸ਼ਨ ਜਿਹੜੀ ਵਰਕਰ ਦੀ ਉਹਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਅਤੇ ਜਿਹੜਾ ਸਾਰਾ ਪ੍ਰੋਫਿਟ ਆ ਉਹ ਇਕੱਠਾ ਕਰਕੇ ਕੌਣ ਲੈ ਜਾਂਦਾ ਹੈਗਾ? ਯੂ ਵਿਲ ਫਾਈਂਡ ਅ ਵਰਡ accumulate। accumulate means in ਪੰਜਾਬੀ ਲੈਂਗੁਏਜ ਇਕੱਠਾ ਕਰਨਾ। profit was accumulated by private capitalist। worker had to overthrow capitalism and the rule of private property। ਵਰਕਰ ਨੂੰ ਚਾਹੀਦਾ ਹੈਗਾ ਕਿ ਉਹ ਕੈਪੀਟਲਿਜ਼ਮ ਜਿਹੜੇ ਹੈਗੇ ਇਹਨਾਂ ਨੂੰ ਸਾਰਿਆਂ ਨੂੰ ਤਬਾਹ ਕਰ ਦੇਣ, ਗਿਰਾ ਦੇਣ ਜਾਂ ਖ਼ਤਮ ਕਰ ਦੇਣ, ਅਤੇ ਜਿਹੜਾ ਪ੍ਰਾਈਵੇਟ ਪ੍ਰੋਪਰਟੀ ਦਾ ਰੂਲ ਹੈਗਾ ਉਹਨੂੰ ਬੰਦ ਕਰ ਦੇਣ। ਮਾਰਕਸ ਬਲੀਵ ਦੈਟ ਟੂ ਫਰੀਡਮ ਦੈਮਸੈਲਫ ਫਰੋਮ ਕੈਪੀਟਲਿਸਟ ਐਕਸਪਲੋਇਟੇਸ਼ਨ। ਐਕਸਪਲੋਇਟੇਸ਼ਨ ਯੂ ਵਿਲ ਫਾਈਂਡ ਅ ਵਰਡ ਐਕਸਪਲੋਇਸ਼ਨ, ਕਿਸੇ ਨੂੰ ਤਬਾਹ ਕਰਨਾ। ਮਾਰਕਸ ਵਿਸ਼ਵਾਸ ਕਰਦਾ ਸੀ ਫਰੀ ਦੈਮਸੈਲਫ ਫਰੋਮ ਕੈਪੀਟਲਿਸਟ। ਉਹ ਕਹਿੰਦੇ ਕੈਪੀਟਲਿਸਟ ਤੋਂ ਆਪਦੇ ਆਪ ਨੂੰ ਫਰੀ ਕਰ ਲਓ, ਕਿਉਂਕਿ ਤੁਹਾਨੂੰ ਕੈਪੀਟਲਿਸਟ ਕੀ ਕਰਦੇ? ਤੁਹਾਨੂੰ ਤਬਾਹ ਕਰਦੇ ਆ, ਕੰਮ ਤੁਹਾਡੇ ਤੋਂ ਕਰਾਉਂਦੇ ਆ, ਸਾਰਾ ਪੈਸਾ ਆਪਣਾ ਖੁਦ ਲੈ ਜਾਂਦੇ ਆ। ਵਰਕਰ ਹੈਡ ਟੂ ਕੰਸਟਰਕਟ ਏ ਰੈਡੀਕਲ ਸੋਸ਼ਲਿਸਟ ਸੁਸਾਇਟੀ। ਤਾਂ ਵਰਕਰ ਨੂੰ ਇੱਕ ਸੁਸਾਇਟੀ ਕ੍ਰੀਏਟ ਕਰਨੀ ਚਾਹੀਦੀ ਹੈ ਰੈਡੀਕਲ, ਵੇਅਰ ਆਲ ਪ੍ਰੋਪਰਟੀ ਵਾਸ ਸੋਸ਼ਲੀ ਕੰਟਰੋਲਡ। ਅਤੇ ਉੱਥੇ ਜਿਹੜੀ ਤੁਸੀਂ ਪ੍ਰੋਪਰਟੀ ਬਣਾਓਗੇ ਸਾਰੀ ਸਮਾਜਿਕ ਤੌਰ 'ਤੇ ਕੰਟਰੋਲ ਹੋਣੀ ਚਾਹੀਦੀ, ਕਿਸੇ ਦੀ ਪਰਸਨਲ ਨਹੀਂ ਹੋਣੀ ਚਾਹੀਦੀ। ਇਹ ਨਹੀਂ ਕਿ ਕੋਈ ਫੈਕਟਰੀ ਲਗਾਈ ਆ ਉਹ ਕਿਸੇ ਦੀ ਪਰਸਨਲ ਹੋਵੇ। ਜੇ ਕੋਈ ਫੈਕਟਰੀ ਲੱਗਦੀ ਹੈ ਤਾਂ ਸਾਰੀ ਸਟੇਟ ਦੀ ਹੋਣੀ ਚਾਹੀਦੀ ਆ। ਉਹਦੇ ਵਿੱਚ ਵਰਕਰ ਕੰਮ ਕਰਨਗੇ, ਔਰ ਕੰਮ ਕਰਨ ਤੋਂ ਬਾਅਦ ਜਿਸ ਹਿਸਾਬ ਨਾਲ ਉਹ ਕੰਮ ਕਰਨਗੇ ਉਸ ਹਿਸਾਬ ਨਾਲ ਉਹਨਾਂ ਨੂੰ ਜਿਹੜੀ ਹੈਗੀ ਪੇਮੈਂਟ ਦਿੱਤੀ ਜਾਊਗੀ। ਔਰ ਉਹ ਵੀ ਇਹ ਨਹੀਂ ਕਿ ਇੱਕ ਫਿਕਸ ਸੈਲਰੀ ਨਹੀਂ, ਜਿੰਨੇ ਵਰਕਰ ਕੰਮ ਕਰਦੇ ਉਹਨਾਂ 'ਚ ਬਰਾਬਰ ਵੰਡੀ ਜਾਊਗੀ। ਦੇਖੋ ਇੱਕ ਫੈਕਟਰੀ ਲਗਾਈ ਹੈ, 100 ਵਰਕਰ ਨੇ ਇਕੱਠੇ ਹੋ ਕੇ ਆਪਣੇ ਪੈਸੇ ਲਾ ਕੇ, ਔਰ ਜੋ ਉਹਦਾ ਪ੍ਰੋਫਿਟ ਆ ਰਿਹਾ 100 ਦੇ ਵਿੱਚ ਬਰਾਬਰ ਵੰਡਿਆ ਜਾਊਗਾ ਅਕੋਰਡਿੰਗ ਟੂ ਦੇਅਰ ਵਰਕਿੰਗ ਆਵਰਸ। ਦਿਸ ਵੁੱਡ ਬੀ ਏ ਕਮਿਊਨਿਸਟ ਸੁਸਾਇਟੀ। ਅਤੇ ਇਹ ਇੱਕ ਕਮਿਊਨਿਸਟ ਸੁਸਾਇਟੀ ਹੋਊਗੀ। ਹੀ ਵਾਜ਼ ਕਨਵਿੰਸਡ ਦੈਟ ਵਰਕਰ ਵੁੱਡ ਟਰਮ ਫਰੋਮ ਦੇਅਰ ਕਨਫਲਿਕਟ ਵਿਦ ਕੈਪੀਟਲਿਸਟ। ਅਤੇ ਉਹ ਕਹਿੰਦੇ ਹੀ ਵਾਜ਼ ਕਨਵਿੰਸਡ, ਉਹਨੇ ਕਨਵਿੰਸਡ ਕੀਤਾ ਸੀ ਕਿ ਵਰਕਰ ਦੀ ਜਿੱਤ ਹੋਊਗੀ। ਕਾਹਦੇ ਵਿਚਕਾਰ? ਜਿਹੜਾ ਝਗੜਾ ਹੈਗਾ ਕੈਪੀਟਲਿਸਟ ਦੇ ਵਿਚਕਾਰ ਅਤੇ ਲੇਬਰ ਦੇ ਵਿਚਕਾਰ, ਵਰਕਰ ਦੇ ਵਿਚਕਾਰ। ਵਰਕਰ ਦੇ ਵਿੱਚ ਅਤੇ ਕੈਪੀਟਲਿਸਟ ਦੇ ਵਿਚਕਾਰ ਹਮੇਸ਼ਾ ਇੱਕ ਤਣਾਅ ਰਹਿੰਦਾ ਸੀਗਾ, ਕਿਉਂਕਿ ਇੰਪਲਾਇਰ ਜਿਹੜਾ ਸੀਗਾ ਜਿਹਨੇ ਫੈਕਟਰੀ ਲਾਈ ਸੀ ਉਹ ਸਾਰੇ ਦਾ ਸਾਰਾ ਪੈਸਾ ਲੈ ਜਾਂਦਾ ਸੀਗਾ, ਅਤੇ ਜਿਹੜੀ ਲੇਬਰ ਦੀ ਇੰਪਰੂਵਮੈਂਟ
ਜਿਹੜੀ ਨਾ ਤਾਂ ਉਹਦੀ ਹੈਲਥ ਦੀ ਇੰਪਰੂਵਮੈਂਟ ਹੁੰਦੀ ਸੀ, ਨਾ ਉਹਦੀ ਜਿਹੜੀ ਪੇਮੈਂਟ ਵਿੱਚ ਵਾਧਾ ਕੀਤਾ ਜਾਂਦਾ ਸੀਗਾ। ਤਾਂ ਇਹ ਜਿਹੜਾ ਕਨਫਲਿਕਟ ਸੀਗਾ ਵਿਦ ਕੈਪੀਟਲਿਸਟ, ਇਹਦੇ ਉੱਪਰ ਜਿੱਤ ਹੋਊਗੀ ਵਰਕਰ ਦੀ ਜੇ ਉਹ ਆਪਣੀ ਇੱਕ ਸੁਸਾਇਟੀ ਬਣਾ ਲੈਂਦੇ ਆ, ਸੋਸ਼ਲੀ ਕੰਟਰੋਲਡ ਸੁਸਾਇਟੀ। ਕਮਿਊਨਿਸਟ ਸੁਸਾਇਟੀ ਵਾਜ ਏ ਨੈਚੁਰਲ ਸੁਸਾਇਟੀ ਆਫ ਦਾ ਫਿਊਚਰ। ਤਾਂ ਉਹ ਕਹਿੰਦੇ ਜਿਹੜੀ ਕਮਿਊਨਿਸਟ ਸੁਸਾਇਟੀ ਹੋਊਗੀ, ਕਮਿਊਨਿਸਟ ਮੀਨਸ social society, it is same word communist as well as social word are same। ਕਮਿਊਨਿਸਟ ਸੁਸਾਇਟੀ ਵਾਜ ਦਾ ਨੈਚੁਰਲ ਸੁਸਾਇਟੀ ਆਫ ਦਾ ਫਿਊਚਰ। ਅਤੇ ਉਹ ਕਹਿੰਦੇ ਕਮਿਊਨਿਸਟ ਸੁਸਾਇਟੀ ਮਤਲਬ ਕਿ ਸਮਾਜਵਾਦੀ ਸੁਸਾਇਟੀ ਫਿਊਚਰ ਦੇ ਵਿੱਚ ਜਿਹੜੀ ਹੈਗੀ ਆ, ਫਿਊਚਰ ਹੋਊਗਾ ਲੇਬਰ ਦਾ। ਕਮਿਊਨਿਸਟ ਸੁਸਾਇਟੀ ਵਾਜ ਦਾ ਨੈਚੁਰਲ ਸੁਸਾਇਟੀ ਆਫ ਦਾ ਫਿਊਚਰ। ਅਤੇ ਕੁਦਰਤੀ ਤੌਰ 'ਤੇ ਇਹ ਸਾਡਾ ਫਿਊਚਰ ਹੋਊਗਾ, ਅਸੀਂ ਇਕੱਠੇ ਕੰਮ ਕਰਾਂਗੇ ਔਰ ਸਾਡਾ ਪ੍ਰੋਫਿਟ ਵੀ ਅਸੀਂ ਆਪਸ ਵੰਡਾਂਗੇ, ਨਾ ਕਿ ਇੱਕ ਵਿਅਕਤੀ ਜਿਹੜਾ ਹੈਗਾ ਉਹ ਸਾਰਾ ਕੰਮ ਕਰਵਾ ਕੇ ਵਰਕਰ ਤੋਂ ਸਾਰਾ ਪ੍ਰੋਫਿਟ ਲੈ ਜਾਊਗਾ। ਇਹ ਨਹੀਂ ਹੋਊਗਾ। ਸਟੂਡੈਂਟ ਅੱਜ ਲਈ ਇੰਨਾ ਹੀ। ਨੈਕਸਟ ਸਾਡੀ ਵੀਡੀਓ ਨੰਬਰ 3 ਦੇ ਵਿੱਚ ਅਸੀਂ ਪੜ੍ਹਾਂਗੇ 1.4 ਸਪੋਰਟ ਫਾਰ ਸੋਸ਼ਲਿਜ਼ਮ। ਸੋਸ਼ਲਿਜ਼ਮ ਸਪੋਰਟ ਅਸੀਂ ਅਗਲੀ ਨੈਕਸਟ ਵੀਡੀਓ ਵਿੱਚ ਪੜ੍ਹਾਂਗੇ। ਅਤੇ ਉਦੋਂ ਤੱਕ ਤੁਸੀਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਣਾ, ਅੰਡਰਸਟੈਂਡ ਕਰਨਾ, ਵਰਡ ਮੀਨਿੰਗ ਫਾਈਂਡ ਕਰਨੇ ਆ। ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਕੀਪ ਵਾਚਿੰਗ EH ਮੋਗਾ। ਥੈਂਕ ਯੂ ਵੈਰੀ ਮੱਚ।